ਕਿ ਆਰਐਸਐਸ ਦੇਸ਼ ਦੇ ਵਿੱਚ ਵੰਡੀਆਂ ਪਾਉਣ ਦੀ ਰਾਜਨੀਤੀ ਕਰਵਾ ਰਹੀ ਹੈ। ਤੁਸੀਂ ਖੁਦ ਉਹਦਾ ਹਿੱਸਾ ਰਹੇ ਹੋ, ਕਿਵੇਂ ਦੇਖਦੇ ਹੋ ਇਹਨਾਂ ਨੂੰ? हाँ मैं देखो ਤੁਹਾਨੂੰ ਬਹੁਤ ਸੱਚੀ ਗੱਲ ਕਰਾਂ ਤਾਂ ਇਹ ਸਾਰਾ ਰਾਜਨੀਤੀ ਦਾ ਧਰੁਵੀਕਰਨ ਹੈਗਾ। ਬੀਜੇਪੀ ਬਹੁਤ ਅੱਛੀ ਪਾਰਟੀ ਸੀ, ਲੇਕਿਨ ਹੁਣ ਜਿਹੜਾ ਇਹ ਬੰਦਾ ਆ ਗਿਆ ਤਾਂ ਨਰ ਪਿਸ਼ਾਚ ਹੈਗਾ। ਇਹ ਤਾਂ ਹਿੰਸਕ ਆਦਮੀ ਹੈ, ਹਿੰਸਕ ਪਸ਼ੂ ਹੈ। ਆਦਮੀ ਕਹਿਣਾ ਵੀ ਉਹਨੂੰ ਗਲਤ ਹੈ। ਵੇਦ ਪੁਰਾਣ ਕੀ ਦੱਸਦੇ ਨੇ ਵੀ ਸਰਕਾਰ ਕਿਵੇਂ ਚੱਲਣੀ ਚਾਹੀਦੀ? शास्त्र के अंदर तो यह आंदा है कि अधर्म जब धर्म का कवच पहनकर खड़ा हो जाए तो उसे नष्ट कर देना ही धर्म है। ਤੁਸੀਂ ਵੀ ਸਵਾਮੀ ਹੋ ਕਿ ਸੰਤ ਸਮਾਜ ਸਾਰਾ, ਕਿਉਂਕਿ ਸੰਤ ਸਮਾਜ ਮੰਨਿਆ ਜਾਂਦਾ ਹੈ ਕਿ ਆਰਐਸਐਸ ਦੀ ਰੀੜ ਦੀ ਹੱਡੀ ਹੈ, ਬੀਜੇਪੀ ਦੀ ਰੀੜ ਦੀ ਹੱਡੀ ਹੈ, ਕਿ ਇਹ ਗੱਲਾਂ ਸਾਰੀਆਂ ਸੰਤ ਸਮਾਜ ਸਮਝਦਾ ਹੈ? ਮੇਰੇ ਪੁਰਾਣੇ ਮਿੱਤਰ ਹਨ 50 ਸਾਲ ਜਿਹੜੇ ਮੀਡੀਆ ਹਾਊਸਸ ਚਲਾਉਂਦੇ ਸੀ। ਮੈਂ ਕਿਹਾ ਤੁਸੀਂ ਤੁਹਾਡੇ ਦਿਲ ਦੀ ਗੱਲ ਕਹੋ। ਜਿਹੜੇ ਹਾਊਸ ਚਲਾਉਂਦੇ ਸੀ ਕਹਿੰਦੇ ਸਵਾਮੀ ਜੀ ਤੁਹਾਡੇ ਸਾਹਮਣੇ ਅਸੀਂ ਝੂਠ ਨਾ ਬੋਲ ਸਕਦੇ। ਇਹ ਸਾਡੇ ਜਿਹੜੇ ਪੱਤਰਕਾਰ ਅਸੀਂ ਭੇਜਦੇ ਆਏ ਨਾ, ਇਹ ਆਪਣੇ ਖੂਨ ਨਾਲ ਸ਼ਬਦ ਲਿਖਦੇ ਨੇ, ਅਸੀਂ ਉਹਨਾਂ ਦਾ ਵਪਾਰ ਕਰਦੇ ਆਏ। ਮਿਲ ਗਿਆ ਤੁਹਾਨੂੰ ਜਵਾਬ? ਟੰਕੇ ਦੀ ਚੋਟ ਤੇ ਕਹਿਣਾ ਅਸੀਂ ਦਿਲ ਦੀ ਗੱਲ ਕਰਨਾ ਹੈ, ਪੰਜਾਬ ਤੋਂ ਆਏ ਹਾਂ। ਕਿਸਾਨੀ ਧਰਨੇ ਨੂੰ ਲਗਾਤਾਰ ਬਲ ਮਿਲ ਰਿਹਾ ਹੈ, ਮਜ਼ਬੂਤ ਹੋ ਰਿਹਾ ਹੈ। ਇਸ ਧਰਨੇ ਦੇ ਵਿੱਚ ਦਿੱਲੀ 'ਚ ਪਹੁੰਚੇ ਨੇ ਸਵਾਮੀ ਹਰਸ਼ਾਨੰਦ ਜੀ। ਸਵਾਮੀ ਜੀ ਸਤਿ ਸ੍ਰੀ ਅਕਾਲ, ਨਮਸਕਾਰ, ਰਾਮ ਰਾਮ। ਹਾਂਜੀ, ਸਾਰੇ ਧਰਮਾਂ ਦੀ ਪ੍ਰਾਰਥਨਾ ਮੈਂ ਇਕੱਲਾ ਹੀ ਕਰਦਾ। ਪਾਸਟਰ ਦੀ ਵੀ, ਅੱਲਾ ਦੀ ਵੀ, ਗੁਰਦੁਆਰੇ ਦੀ ਵੀ, ਪ੍ਰਭੂ ਰਾਮ ਜੀ ਦੀ ਵੀ। ਮੇਰੇ ਅੰਦਰ ਸਾਰੇ ਸਮਾਏ ਹੋਏ ਨੇ। ਮੈਂ ਕਦੀ ਉਹਨਾਂ ਨੂੰ ਬਾਹਰ ਨਾ ਖੋਜਿਆ। ਜੋ ਤਿਲਮਾਹੀ ਤੇਲ ਹੈ, ਜੋ ਚਕਮਕ में आग, तेरा साईं तुझ में जाग सके तो जाग। बुरा जो देखन मैं चला, बुरा न मिलिया कोई, जो दिल खोजत आपनो मुझसे बुरा न कोई। ਸਵਾਮੀ ਜੀ ਤੁਹਾਨੂੰ ਯੋਗੀ ਕਹੀਏ ਜਾਂ ਸਵਾਮੀ ਕਹੀਏ? ਕੁਝ ਵੀ ਕਹਿ ਦੋ, ਇਹ ਸਰੀਰ ਦਾ ਨਾਂ ਹੈ। ਇਹ ਤਾਂ 5 ਮਹਾਭੂਤ ਹਨ। ਇਹਦੇ ਅੰਦਰ ਜਿਹੜਾ ਬੈਠਿਆ ਉਹ ਤਾਂ ਆਤਮਾ ਰਾਮ ਹੈ। ਉਸ ਨਾਲ ਗੱਲ ਕਰੋ ਤਾਂ ਬੜਾ ਆਨੰਦ ਆਏਗਾ। ਉਸ ਨਾਲ ਗੱਲ ਕਰੋ। ਤੁਸੀਂ ਆਰਐਸਐਸ ਦਾ ਪ੍ਰਚਾਰ ਕਰਦੇ ਰਹੇ ਹੋ। ਹਾਂਜੀ, ਐਕਚੁਅਲ ਮੇਰਾ ਜਿਹੜਾ ਕੰਮ ਹੈਗਾ ਉਹ ਯੋਗ ਇੰਸਟ੍ਰਕਟਰ ਆ। ਮੈਂ ਯੋਗ ਦਾ ਸਿੱਖਿਅਕ। ਮੈਂ ਬੱਚਿਆਂ ਨੂੰ ਸਰੀਰ, ਪ੍ਰਾਣ ਔਰ ਵਿਚਾਰ ਤਿੰਨੋਂ ਦਾ ਸੰਤੁਲਨ ਬਣਾਉਣ ਸਿਖਾਉਂਦਾ। ਔਰ ਨਾਲ ਕੈਦੀਆਂ ਨੂੰ ਅਪਰਾਧ ਸੇ ਅਧਿਆਤਮ ਦੀ ਔਰ ਸਾਡਾ ਪ੍ਰੋਗਰਾਮ ਹੁੰਦਾ ਹੈ ਕਿ ਤੁਹਾਨੂੰ ਸਮਾਜ ਨੇ ਬੁਰਾ ਬਣਾ ਦਿੱਤਾ, ਇਹ ਝੂਠੇ ਸੱਚੇ ਕੂੜੇ ਕੇਸ ਲਾ ਕੇ ਤੁਹਾਨੂੰ ਅੰਦਰ ਕਰ ਦਿੱਤਾ, ਤੁਹਾਡਾ ਅਸਲੀ ਇਨਸਾਨ ਛੁਪ ਗਿਆ। ਆਓ ਉਸ ਨੂੰ ਬਾਹਰ ਦੁਨੀਆ ਨੂੰ ਦਿਖਾਉਂਦੇ ਆਏ। ਮੇਰੇ ਹਿਸਾਬ ਨਾਲ ਦੁਨੀਆ ਦੇ ਅੰਦਰ ਇੱਕ ਵੀ ਇਨਸਾਨ ਬੁਰਾ ਨਹੀਂ ਹੈ। ਇਹ ਸਮਾਜਿਕ ਵਿਵਸਥਾ ਉਹਨੂੰ ਬੁਰਾ ਬਣਾ ਰਹੀ ਹੈ। ਅਸੀਂ ਸਮਾਜਿਕ ਵਿਵਸਥਾ ਬਦਲੋ, ਉਹਦੇ ਅੰਦਰ ਦਾ ਚੰਗਾ ਇਨਸਾਨ ਬਾਹਰ ਆ ਜਾਏਗਾ। ਬਿਲਕੁਲ। ਤੁਸੀਂ ਇੱਕ ਸਵਾਲ ਜਿਹੜਾ ਆਮ ਤੌਰ ਤੇ ਉੱਠਦਾ ਹੈ ਕਿ ਆਰਐਸਐਸ ਦੇਸ਼ ਦੇ ਵਿੱਚ ਵੰਡੀਆਂ ਪਾਉਣ ਦੀ ਰਾਜਨੀਤੀ ਕਰਵਾ ਰਹੀ ਹੈ। ਤੁਸੀਂ ਖੁਦ ਉਹਦਾ ਹਿੱਸਾ ਰਹੇ ਹੋ, ਕਿਵੇਂ ਦੇਖਦੇ ਹੋ ਇਹਨਾਂ ਗੱਲਾਂ? ਹਾਂ ਮੈਂ ਦੇਖੋ ਤੁਹਾਨੂੰ ਬਹੁਤ ਸੱਚੀ ਗੱਲ ਕਰਾਂ ਤਾਂ ਇਹ ਸਾਰਾ ਰਾਜਨੀਤੀ ਦਾ ਧਰੁਵੀਕਰਨ ਹੈਗਾ। ਅਸੀਂ ਜਿਸ ਟਾਈਮ ਸ਼ਾਖਾ ਦੇ ਅੰਦਰ ਜਾਂਦੇ ਸੀ, ਮੈਂ ਸ਼ਾਖਾ ਸੰਚਾਲਕ ਸੀ, ਬੰਦਾ ਵੈਰਾਗੀ ਸ਼ਾਖਾ ਚਲਾਉਂਦਾ ਸੀ। ਸਾਡੇ ਇੱਥੇ ਬੌਧਿਕ ਪ੍ਰਮੁੱਖ ਆਉਂਦੇ ਸੀ, ਕੁਸ਼ਾਭਾਊ ਠਾਕਰੇ, ਬਾਬਾ ਸਾਹਿਬ ਨਾਥੋ ਜੀ, ਪਿਆਰੇ ਲਾਲ ਖੰਡੇਲਵਾਲ, ਕਪਤਾਨ ਸਿੰਘ ਸੋਲੰਕੀ, ਲਾਲ ਕ੍ਰਿਸ਼ਨ ਅਡਵਾਨੀ, ਇਹ ਸਾਰੇ ਸਾਡੇ ਬੌਧਿਕ ਪ੍ਰਮੁੱਖ ਸੀ। ਅਸੀਂ ਛੋਟੇ ਬਾਲਕ ਸੀ, ਅਸੀਂ ਬੜੇ ਪ੍ਰੇਮ ਨਾਲ ਗੀਤ ਗਾਉਂਦੇ ਸੀ। ਉਹ ਸਾਨੂੰ ਕਹਿੰਦੇ ਸੀ, ਅੱਜ 50 ਸਾਲ ਬਾਅਦ ਤੁਹਾਨੂੰ ਯਾਦ ਕਰਾ ਰਿਹਾ ਮੈਂ ਉਹ ਗੱਲ। ਉਹ ਕਹਿੰਦੇ ਸੀ ਜਿਸ ਟਾਈਮ ਸਨਾਤਨ ਸੰਸਕ੍ਰਿਤੀ ਖਤਮ ਹੋਣ ਲੱਗੀ, ਉਸ ਟਾਈਮ 5 ਪਿਆਰਿਆਂ ਦੇ ਬਲੀਦਾਨ ਤੇ ਸਿੱਖ ਪੰਥ ਖੜਾ ਕੀਤਾ ਗਿਆ। ਇਹ ਪੰਥ, ਇਸ ਪੰਥ ਨੇ ਅੱਜ ਇਸ ਝੰਡੇ ਨੂੰ ਚੁੱਕਿਆ ਭਾਰਤ ਮਾਤਾ ਦੇ। ਤਾਂ ਇਹ ਪੰਥ ਅਗਰ ਰਹੇਗਾ, ਭਾਰਤ ਵੀ ਰਹੇਗਾ। ਇਹ ਭਾਰਤ ਦੇ ਅੰਦਰ 90% ਬਲੀਦਾਨੀਆਂ ਦਾ ਇਤਿਹਾਸ ਇਸੇ ਪੰਥ ਦਾ ਰਿਹਾ। ਕਿਉਂ? ਇਸ ਪੰਥ ਦੇ ਅੰਦਰ ਜਿਹੜੇ ਗੁਰੂਆਂ ਨੇ ਪ੍ਰਸ਼ਾਦ ਇਹਨਾਂ ਨੂੰ ਚਖਾਇਆ ਕਿ ਪ੍ਰਕਿਰਤੀ ਨਾਲ ਜੁੜ ਕੇ ਰਹੋ, ਪੁਰਸ਼ਾਰਥ ਕਰੋ, ਉਹ ਵੰਡ ਚੱਖੋ, ਸਾਰਿਆਂ ਨਾਲ ਹਿਲ ਮਿਲ ਕੇ ਰਹੋ, ਕੋਈ ਭੇਦਭਾਵ ਨਹੀਂ ਰਹਿਣਾ ਚਾਹੀਦਾ। ਇਹ ਜਿਹੜੀ ਪਵਿੱਤਰ ਭਾਵਨਾ ਹੈ ਹੋਰ ਕਿਸੇ ਦੇ ਅੰਦਰ ਨਹੀਂ ਹੈ। ਇਹ ਭਾਵਨਾ ਸਾਰੀ ਦੁਨੀਆ 'ਚ ਫੈਲੇ, ਇਹ ਭਾਰਤ ਹੀ ਉਹ ਕਰ ਸਕਦਾ ਹੈ, ਡਾਈਵਰਸਿਟੀ ਵਿੱਚ ਯੂਨਿਟੀ। ਕਿਉਂਕਿ ਸਾਡੇ ਕੋਲ ਭਾਰਤੀ ਸੰਵਿਧਾਨ ਹੈਗਾ। ਹੁਣ ਤੁਸੀਂ ਆਰਐਸਐਸ ਦੀ ਗੱਲ ਕੀਤੀ ਹੈ, ਦੇਖੋ ਉਹ ਵੋਟਾਂ ਦਾ ਧਰੁਵੀਕਰਨ ਕਰਦੀ ਸੀ। ਉਹ ਕਹਿੰਦੇ ਸੀ ਯਾਰ ਇਹ 20% ਮੁਸਲਿਮ ਹਨ, ਇਹਨਾਂ ਨੂੰ ਕੰਟਰੋਲ ਕਰਕੇ ਕਾਂਗਰਸ ਸ਼ਾਸਨ ਕਰਦੀ ਹੈ, ਤਾਂ ਸਾਡੇ ਬੰਦਾ ਦਾ ਸ਼ਾਸਨ ਆਏਗਾ ਤਾਂ ਅਸੀਂ ਇਹਨਾਂ ਤੋਂ ਅੱਛਾ ਸ਼ਾਸਨ ਦੇਵਾਂਗੇ। ਇਹ ਸੋਚਦੇ ਸੀ ਪੁਰਾਣੇ ਲੋਕ। ਕੁਸ਼ਾਭਾਊ ਠਾਕਰੇ ਨੂੰ ਮੈਂ ਆਪਣੀ ਅੱਖਾਂ ਨਾਲ ਆਟਾ ਘੋਲ ਕੇ ਪੀਂਦੇ ਵੇਖਿਆ, ਆਟਾ ਘੋਲ ਕੇ। ਔਰ ਜਿਤਨੇ ਅਸੀਂ ਸੀ ਮਤਲਬ ਪ੍ਰਚਾਰਕ ਲੋਕ, ਅਸੀਂ ਭੁੰਗੜੇ ਸੇਵ ਪਰਮਲ ਇਹ ਰੱਖਦੇ ਸੀ, ਉਹ ਖਾ ਕੇ ਕੰਮ ਕਰਦੇ ਸੀ। ਅਸੀਂ ਤਾਂ ਅੱਜ ਵੀ ਹੋਈ ਹੈ। ਅੱਜ ਵੀ ਮੈਂ ਦੇਖੋ ਮੇਰੀ 64 ਸਾਲ ਦੀ ਉਮਰ ਹੈ, ਮੇਰੀ ਇੱਕ ਇੱਟ ਵੀ ਇਸ ਧਰਤੀ ਦੇ ਅੰਦਰ ਕੋਈ ਇਨਵੈਸਟਮੈਂਟ ਨਹੀਂ ਹੈ। ਕੀ ਆਰਐਸਐਸ, ਜਿਵੇਂ ਤੁਸੀਂ ਬੜੀਆਂ ਚੰਗੀਆਂ ਗੱਲਾਂ ਕੀਤੀਆਂ ਨੇ ਆਰਐਸਐਸ ਬਾਰੇ, ਕੀ ਉਸ ਮੁਤਾਬਕ ਪ੍ਰਚਾਰ ਕਰ ਰਹੀ ਹੈਗੀ? ਨਾ ਦੇਖੋ ਹੁਣ ਤਾਂ ਵੀਰ ਜੀ ਕੀ ਹੋਇਆ, ਬੀਜੇਪੀ ਬਹੁਤ ਅੱਛੀ ਪਾਰਟੀ ਸੀ, ਲੇਕਿਨ ਹੁਣ ਜਿਹੜਾ ਇਹ ਬੰਦਾ ਆ ਗਿਆ ਤਾਂ ਨਰ ਪਿਸ਼ਾਚ ਹੈਗਾ।
ਇਹ ਤਾਂ ਹਿੰਸਕ ਆਦਮੀ ਹੈ, ਹਿੰਸਕ ਪਸ਼ੂ ਹੈ। ਆਦਮੀ ਕਹਿਣਾ ਵੀ ਉਹਨੂੰ ਗਲਤ ਹੈ। ਜਿਹੜਾ ਬੰਦਾ ਹਜ਼ਾਰਾਂ ਲੋਕਾਂ ਨੂੰ ਮੌਤ ਦੀ ਨਿੰਦਰ ਸੁਲਾ ਚੁੱਕਿਆ, ਉਹਨੂੰ ਤੁਸੀਂ ਮਨੁੱਖ ਕਿਸ ਤਰ੍ਹਾਂ ਕਹਿੰਦੇ ਹੋ? ਕਰੁਣਾ ਹੋਣੀ ਚਾਹੀਦੀ ਨਾ ਮਨੁੱਖ ਦੇ ਅੰਦਰ, ਤਾਂ ਉਹ ਤਾਂ ਗਲਤ ਹੋ ਗਿਆ। ਹੁਣ ਤੁਸੀਂ ਆਰਐਸਐਸ ਦੀ ਗੱਲ ਕਰਦੇ ਹੋ, ਉਹ ਜਿਹੜਾ ਬੰਦਾ ਜਿਸਨੇ ਆਰਐਸਐਸ ਦੀ ਸਥਾਪਨਾ ਕੀਤੀ ਸੀ 1925 ਚੋਂ, ਕੌਣ ਸੀ? ਕਾਂਗਰਸੀ ਸੀ। ਉਹ ਕਾਂਗਰਸ ਦੀ ਜੈਰੋਕਸ ਕਾਪੀ ਹੈ, ਮੂਲ ਕਾਪੀ ਕਾਂਗਰਸ ਹੈ। ਕਾਂਗਰਸ ਇੱਕ ਵਿਚਾਰਧਾਰਾ ਹੈ ਆਜ਼ਾਦੀ ਦੇ ਅੰਦੋਲਨ ਦੀ, ਪਰ ਉਹਨਾਂ ਦੇ ਅੰਦਰ ਵੀ ਫਿਰ ਦੁਕਾਨਦਾਰ ਬਹਿ ਗਏ। ਸਾਰੇ ਦੇਸ਼ ਨੂੰ ਅਗਰ ਉਹਨਾਂ ਨੇ ਅਵੇਅਰ ਕੀਤਾ ਹੁੰਦਾ, ਸਮਾਜ ਨੂੰ ਅਵੇਅਰ ਕੀਤਾ ਹੁੰਦਾ, ਇਹਨਾਂ ਨੂੰ ਮੌਕਾ ਮਿਲਦਾ। ਇਹ ਤਾਂ ਦੋ ਬੰਦੇ ਸੀ 1984, ਦੋ ਬੰਦੇ ਆਏ ਸੀ, ਅੱਜ 303 ਕਿਸ ਤਰ੍ਹਾਂ ਆ ਗਏ? ਇਹ ਤਾਂ ਵੋਟ ਦਾ ਧਰੁਵੀਕਰਨ ਹੈ। ਇਹ ਚਾਹੇ ਅਯੋਧਿਆ ਹੋਵੇ, 370 ਹੋਵੇ, ਟ੍ਰਿਪਲ ਤਲਾਕ ਹੋਵੇ, GST ਹੋਵੇ, ਨੋਟਬੰਦੀ ਹੋਵੇ, ਇਹ ਸਾਰਾ ਡਰਾਮਾ। ਉਹਨੂੰ ਇਵੈਂਟ ਕਰਨ ਦਾ ਬੜਾ ਸ਼ੌਂਕ ਹੈਗਾ। ਕਹਿਨੂੰ ਨਰਿੰਦਰ ਮੋਦੀ ਨੂੰ ਇਵੈਂਟ ਦਾ ਬੜਾ ਸ਼ੌਕ ਹੈ। ਹੁਣ ਇਹ ਗਿਆ ਸੀ ਅਮਰੀਕਾ, ਵੇਖਿਆ ਸੀ ਨਾ ਤੁਸੀਂ? ਅਬ ਕੀ ਵਾਰ ਟਰੰਪ ਸਰਕਾਰ ਕੀ ਹੋਇਆ? ਜੋ ਬਾਈਡਨ ਆ ਗਿਆ ਨਾ, ਹੋ ਗਿਆ ਨਾ ਸੂਪੜਾ ਸਾਹਿਬ। ਇੱਥੇ ਕੋਵਿਡ ਉਹੀ ਲੈ ਕੇ ਆਇਆ। ਵਿਚਾਰੇ ਇਹਨਾਂ ਨੂੰ ਮੁਸਲਮਾਨਾਂ ਨੂੰ ਕਹਿੰਦਾ ਦਿੱਲੀ ਤਵਲਗੀ ਵਾਲੇ ਔਰ ਇਹ ਕਰ ਦੇਣ। ਐਕਚੁਅਲ ਤਾਂ ਕੋਵਿਡ ਇਹੀ ਲੈ ਕੇ ਆਇਆ। ਫੋਰਨ ਦੇ ਆਦਮੀ ਉੱਤੇ ਆਏ ਸੀ ਅਹਿਮਦਾਬਾਦ, ਉਸ ਤੋਂ ਬਾਅਦ ਜ਼ਿਆਦਾ ਸਪਰੇ ਹੋਇਆ। ਇਹਨਾਂ ਨੂੰ ਪਹਿਲੇ ਇਨਫੋਰਮੇਸ਼ਨ ਸੀ। ਤੁਹਾਡੀ ਏਜੰਸੀਆਂ ਕੀ ਕਰ ਰਹੀਆਂ? ਤੁਸੀਂ ਵੀ ਸਵਾਮੀ ਹੋ ਕਿ ਸੰਤ ਸਮਾਜ ਸਾਰਾ, ਕਿਉਂਕਿ ਸੰਤ ਸਮਾਜ ਮੰਨਿਆ ਜਾਂਦਾ ਕਿ ਆਰਐਸਐਸ ਦੀ ਰੀੜ ਦੀ ਹੱਡੀ ਹੈ, ਬੀਜੇਪੀ ਦੀ ਰੀੜ ਦੀ ਹੱਡੀ ਹੈ, ਕੀ ਇਹ ਗੱਲਾਂ ਸਾਰੀਆਂ ਸੰਤ ਸਮਾਜ ਸਮਝਦਾ ਹੈ? ਬਿਲਕੁਲ, ਇਹ ਤਾਂ ਸਭ ਸਮਝਦੇ। ਦੇਖੋ ਜੀ, ਸੰਤ ਹੋਣਾ ਔਰ ਸੰਤ ਦਿਖਣਾ ਦੋਨੋਂ ਅਲੱਗ ਚੀਜ਼ਾਂ ਹਨ। ਦੇਖੋ, ਇਹਨਾਂ ਦੇ ਅੰਦਰ ਮੁਸਲਮਾਨਾਂ ਸ਼ਹਿਰ ਕਾਜੀ ਬਣੇਗਾ, ਬੜਾ ਪ੍ਰੋਸੈਸ ਹੈ। ਇਹਨਾਂ ਦੇ ਅੰਦਰ ਸੇਵਾਦਾਰ ਬਣੇਗਾ, ਬੜਾ ਪ੍ਰੋਸੈਸ ਹੈ। ईसाइयों के अंदर पास्टर बनेगा, बड़ा प्रोसेस है। और हिंदू 2.5 मीटर भगवा कपड़ा लाओ, ए भाई भूख लगी 2 रुपए दे दे, कोई पुछण वाला नहीं। 70 लाख बंदा ये वस्त्र पहन के घूम रहा है। ए उन्हां कोल पुछो, ए वस्त्र तेरे कोल रंग कितों आया? उन्होंने पता नहीं है। उन्होंने यही पता नहीं है रंग कितों आया तो कितों साधु हो गया। ये सूर्य की पहली और अंतिम किरणा है। सूर्य जब प्रकट होता है, धरती घूम रही है, वो तो खड़ा है। सूर्य जब प्रकट होता है तो एंटीऑक्सीडेंट स्प्रे करता है इस वायुमंडल के अंदर, सैफरॉन कलर। ये सैफरॉन कलर है, भगवा कलर। और जब जाता है फिर कहता है कि देखो मैं जा रहा। इसका मतलब है कि तुहानू टाइम कुछ मिले इस धरती ते रहने का। 100 साल अगर तुसी जियोगे तो 36,500 दिन तुहाडे कोल है। 18,250 दिन सोना खाना पीना नचना गाना, ਅੱਧਾ ਬੱਚਾ, ਅੱਧਾ ਬਚਪਨਾ, ਅੱਧਾ ਬੁਢਾਪਾ ਕੱਟ ਲਿਓ। 6000 ਦਿਨ ਹਨ ਤੁਹਾਡੇ ਕੋਲ। ਹੁਣ ਤੁਸੀਂ ਤੇਰੀ ਮੇਰੀ ਕਰਦੇ ਬਿਤਾਓ ਤਾਂ ਤੁਹਾਡੀ ਇੱਛਾ ਹੈ, ਦੁਨੀਆ ਨੂੰ ਖੂਬਸੂਰਤ ਬਣਾਓ ਤਾਂ ਤੁਹਾਡੀ ਇੱਛਾ ਹੈ। ਹੁਣ ਅੰਦੋਲਨ ਦੀ ਗੱਲ ਕਰਦੇ ਹਾਂ, ਜਿਵੇਂ ਕਾਨੂੰਨ ਲਿਆਂਦੇ ਗਏ, ਕਿਸਾਨਾਂ ਨੇ ਸਾਫ਼ ਕਹਿਤਾ ਵੀ ਕਾਲੇ ਕਾਨੂੰਨ ਨੇ। ਤੁਸੀਂ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ, ਇਹਨਾਂ ਕਾਨੂੰਨਾਂ ਨੂੰ ਕਿਵੇਂ? ਫਿਰ ਉਹ ਸਰਕਾਰ ਤੁਸੀਂ ਕਹਿੰਦੇ ਹੋ ਕਿੱਥੇ ਹੈ ਸਰਕਾਰ? ਅਰੇ ਭਾਈ, ਨਰਿੰਦਰ ਅਮਿਤ ਸ਼ਾਹ ਐਂਡ ਕੰਪਨੀ ਹੈ। ਸਰਕਾਰ ਹੁੰਦੀ ਤਾਂ 2 ਮਿੰਟ ਜਿੱਥੇ ਆ ਜਾਂਦੀ। ਸਾਰੇ ਕਿਸਾਨ ਸੰਗਠਨ, ਖਾਲੀ ਉਹਨਾਂ ਦਾ ਇੱਕ ਉਹ ਜਿਹੜਾ ਪਿੱਠੂ ਸੰਗਠਨ ਹੈ ਤੋਤਾ, भारतीय किसान संघ, वो उन्होंने समर्थन करे, बाकी तो सारे खिलाफ है ना। वो तो उन्होंने तो बाहर नहीं जा सकता। वो नरेंद्र ने फोन किया होना है, चलो तुसी बयान जारी करो, कर दिता उन्होंने। सारे संगठन हिंदुस्तान के किसानों के कहने सानू तेरा कानून नहीं चाहिए। मैं साधु हाँ, सानू साधुआं नू तू कानून सिखा रहा है, पहले साड़ी भावना तो सुन के असीं की चाहते हैं। वेद पुराण की दसदे ने भी सरकार किवें चलनी चाहिए। शास्त्र के अंदर तो यह आंदा है कि अधर्म जब धर्म का कवच पहन कर खड़ा हो जाए तो उसे नष्ट कर देना ही धर्म। सरकार झुक जाएगी लगता है ਤੁਹਾਨੂੰ? सॉरी, मोदी सरकार झुकेगी लग रहा है आपको? वो झुके ना झुके, देखो वो नरबख्शी आदमी, नर पिशाच आएगा। लेकिन अगर कल दा बंद 100% रहा, परसों सरकार घुटना दे बल चलन लग जाएगी। लिख दो। आखिरी सवाल, तस्वीरां देखने वाले बहुत खुश हो रहे होणगे। हिंदू मुस्लिम सिख ईसाई अज इक्को मंच ते इकट्ठे ने। इस मंच बारे की कहने हो? क्योंकि इस अंदोलन ने कहते कि सारा ਨੂੰ ਏਕੇ ਚ ਲੈ ਆਂਦਾ, ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਦੋਲਨ ਹੈਗਾ। ਇਹੀ ਤਾਂ ਪ੍ਰੋਬਲਮ ਹੈ, ਤੁਹਾਡੇ ਦਿਮਾਗ ਦੇ ਅੰਦਰ ਗਲਤ ਵਾਇਰਸ ਹੈ। वही तो मैं इतने कहा सी, एक गलत है हिंदू मुस्लिम सिख ईसाई। अरे ना मैं हिंदू बनूँ ना तुम मुसलमान बनो, मैं भी इंसान बनूँ तुम भी इंसान। दुनिया ਨੂੰ इंसानियत की जरूरत है जी। ਇਹ ਤੁਸੀਂ ਵੰਡੋ ਨਾ, ਮੀਡੀਆ ਵਾਲੇ ਐ ਹੀ ਕਰਦੇ ਹੋ ਤੁਸੀਂ, ਇਸ ਨਾਲ ਸਾਰਾ ਕੰਮ ਖਰਾਬ ਹੋ ਜਾਂਦਾ। ਵੰਡਿਆ ਜਾ ਰਿਹਾ ਨੈਸ਼ਨਲ ਮੀਡੀਆ। ਦੇਖੋ ਅਸੀਂ ਦੇਖੋ ਮੀਡੀਆ ਸਵਾਲ ਤਾਂ ਹੀ ਸਵਾਲ ਪੁੱਛ ਰਹੇ ਹਾਂ ਕਿ ਲੋਕਾਂ 'ਚ ਮੈਸੇਜ ਸੰਤ ਕੀ ਸੋਚਦੇ ਨੇ ਇਸ ਗੱਲ ਨੂੰ ਲੈ ਕੇ। ਮੀਡੀਆ ਕੀ ਹੁੰਦਾ ਪਹਿਲਾਂ ਤਾਂ ਦੇਖੋ। ਮੇਰੇ ਪੁਰਾਣੇ ਮਿੱਤਰ ਹਨ 50 ਸਾਲ ਜਿਹੜੇ ਮੀਡੀਆ ਹਾਊਸਸ ਚਲਾਉਂਦੇ ਸੀ। ਮੈਂ ਕਿਹਾ ਤੁਸੀਂ ਤੁਹਾਡੇ ਦਿਲ ਦੀ ਗੱਲ ਕਹੋ। ਜਿਹੜੇ ਹਾਊਸ ਚਲਾਉਂਦੇ ਸੀ ਕਹਿੰਦੇ ਸਵਾਮੀ ਜੀ ਤੁਹਾਡੇ ਸਾਹਮਣੇ ਅਸੀਂ ਝੂਠ ਨਾ ਬੋਲ ਸਕਦੇ। ਇਹ ਸਾਡੇ ਜਿਹੜੇ ਪੱਤਰਕਾਰ ਅਸੀਂ ਭੇਜਦੇ ਆਏ ਨਾ, ਇਹ ਆਪਣੇ ਖੂਨ ਨਾਲ ਸ਼ਬਦ ਲਿਖਦੇ ਨੇ, ਅਸੀਂ ਉਹਨਾਂ ਦਾ ਵਪਾਰ ਕਰਦੇ ਆਏ। ਮਿਲ ਗਿਆ ਤੁਹਾਨੂੰ ਜਵਾਬ? ਟੰਕੇ ਦੀ ਚੋਟ ਤੇ ਕਹਿਣਾ ਅਸੀਂ ਦਿਲ ਦੀ ਗੱਲ ਕਰਨ ਆਏ, ਪੰਜਾਬ ਤੋਂ ਆਏ ਆ। ਤੁਸੀਂ ਕੀ ਕਹਿੰਦੇ ਹੋ? ਸੰਤ ਜੀ ਨਾਲ ਨੇ, ਗੱਲਾਂ ਲਗਾਤਾਰ ਕਰ ਰਹੇ ਨੇ। भाई सबसे बड़ा
जो है वो इंसानियत का नाता है। अब से भी और जब से दुनिया बनी तब से ही ये इंसानियत का नाता सबसे बड़ा नाता है। ये सरकार अपने चक्कर में, अपने वोटों के चक्कर में हिंदू ਸਾਡਾ मुस्लिम ਰਿਸ਼ਤਾ ਡੂੰਘਾ ਰਿਹਾ ਖਾਲਸਾ ਜੀ। ਹਾਂਜੀ ਅੱਜ ਸਾਰੇ ਇਕੱਠੇ ਹੋ, ਭਾਈ ਭਾਈ ਇਕੱਠੇ ਹੋ, ਕਿਵੇਂ ਦੇ? ਬਹੁਤ ਵਧੀਆ ਲੱਗ ਰਿਹਾ ਜੀ। ਤੇ ਗੁਰੂ ਸਾਹਿਬ ਮਹਾਰਾਜ ਵੀ ਇਹੀ ਕਹਿ ਕੇ ਗਏ ਸਨ ਕਿ ਅਵਲ ਅੱਲਾ ਨੂਰ ਅਪਾਇਆ ਕੁਦਰਤ ਦੇ ਸਭ ਬੰਦੇ। ਸਵਾਮੀ ਜੀ ਹੋਰਾਂ ਦੇ ਜਿਹੜੇ ਵਿਚਾਰ ਨੇ ਬੜੇ ਕ੍ਰਾਂਤੀਕਾਰੀ ਵਿਚਾਰ ਨੇ, ਤਲਵਾਰ ਤੋਂ ਜ਼ਿਆਦਾ ਜ਼ਬਰਦਸਤ ਵਿਚਾਰ ਨੇ। ਤੇ ਜਦੋਂ ਵਿਚਾਰ ਦੇ ਨਾਲ ਵਾਰ ਹੋਊ ਤੇ ਵਿਚਾਰ ਸਦਾ ਹੀ ਅੰਦੋਲਨਾਂ ਨੂੰ ਹਰ ਇੱਕ ਹੱਕਾਂ ਦੇ ਲਈ ਵਿਚਾਰ ਹੀ ਬੜੇ ਸੋਹਣੇ ਹੋਣੇ ਚਾਹੀਦੇ ਹਨ। ਬੋਲ ਵੀ ਇਹੋ ਜਿਹੇ ਹੋਣ ਜਿਹੜਾ ਤੀਰ ਨਿਸ਼ਾਨੇ ਤੇ ਲੱਗੇ, ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਿਰਾ। ਭਾਵ ਕਿ ਤੀਰ ਨਿਸ਼ਾਨੇ ਤੇ ਲੱਗੇ, ਇਹ ਵਿਚਾਰ ਨਾਲ ਹੀ ਸਾਡਾ ਉਦਾਂ ਵੀ ਕਹਿੰਦੇ ਬਾਬੇ ਨਾਨਕ ਨੇ ਵਿਚਾਰਾਂ ਨਾਲ ਹੀ ਦੁਨੀਆ ਵਿਚਾਰ ਚ ਵਿਚਾਰ ਹੀ ਬੜੀ ਵੱਡੀ ਨੇ। ਗੁਰੂ ਸਾਹਿਬ ਮਹਾਰਾਜ ਸਾਨੂੰ ਵਿਚਾਰ ਦਿੱਤੀ, ਵਿਚਾਰ ਦੇ ਵਿੱਚੋਂ ਮਹਾਰਾਜ ਨੇ ਸਾਨੂੰ ਕਕਾਰ ਦਿੱਤੇ, ਕਕਾਰ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਦਸਤਾਰ ਦਿੱਤੀ। ਔਰ ਇਹ ਸਾਡਾ ਇੱਕ ਪ੍ਰਤੀਕ ਹੈ। ਅਸੀਂ ਇਸ ਮੂਵਮੈਂਟ ਨੂੰ ਲੈ ਕੇ ਤੁਰੇ ਹੋਏ ਹਾਂ ਪੂਰਨ ਮੋਰਚੇ ਅੰਦਰ। ਇਸ ਸਵਾਮੀ ਜੀ, ਇਹ ਸਾਡੇ ਮੁਸਲਮਾਨ ਮਲੇਰਕੋਟਲੇ ਦੇ ਭਾਈ ਸਾਹਿਬ, ਅਸੀਂ ਗੁਰਸਿੱਖ ਸਾਰੇ ਅਸੀਂ ਇੱਕ ਇਕੱਤਰਤਾ ਦੇ ਮੰਚ ਦੇ ਉੱਪਰ ਹਰ ਇੱਕ ਮੈਸੇਜ ਕਨਵੇ ਕਰ ਰਹੇ ਹਾਂ ਕਿ ਤੁਸੀਂ ਸਾਨੂੰ ਕਦੇ ਖਾਲਿਸਤਾਨੀ ਨਾ ਆਖੋ, ਸਾਨੂੰ ਕਦੇ ਹਿੰਦੂ ਮੈਂਡੇਟ ਕਿਸੇ ਤਰ੍ਹਾਂ ਦਾ ਵੀ ਨਾ ਕਹੋ। ਅਸੀਂ ਸਾਰੇ ਆਪਦੇ ਭਰਾ ਹੈ। ਅੱਜ ਤੇ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਵੀ ਸ਼ੁਕਰ ਆ ਤੁਸੀਂ ਇਹੋ ਜਿਹਾ ਕੋਈ ਸਾਡੇ ਤੇ ਤਾਂ ਕਿ ਕੀ ਲੈ ਕੇ ਆਏ ਹੋ। ਉਹਦੇ ਨਾਲ ਸਾਡੇ ਵਿੱਚ ਇੱਕ ਸਾਡੇ ਅੰਦਰ ਸਪਿਰਿਟ ਪੈਦਾ ਹੋਈ। ਅਸੀਂ ਜਾਗੇ ਔਰ ਜਾ ਕੇ ਅਸੀਂ ਤਾਂ ਸੁੱਤੇ ਹੀ ਪਏ ਸੀ ਵੀ ਸਾਡੇ ਦੇਸ਼ ਬੜਾ ਸੋਹਣਾ ਚੱਲ ਰਿਹਾ ਹੈ ਔਰ ਸਾਨੂੰ ਨਹੀਂ ਸੀ ਪਤਾ ਸੀ ਆਪਦਾ ਦੇਸ਼ ਚੋਰਾਂ ਦੇ ਹੱਥ ਦੇ ਬੈਠੇ ਆ ਤੇ ਚੋਰ ਵੀ ਬੜੇ ਤਗੜੇ ਸਮਗਲਰ ਨੇ। ਹੁਣ ਪਹਿਰੇਦਾਰ ਭਾਈ ਜਾਗ ਪਏ ਨੇ ਤੇ ਹੁਣ ਤੁਸੀਂ ਆਪਣਾ ਬੰਦੋਬਸਤ ਕਰੋ। ਤੇ ਕੱਲ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਕਿ ਕੱਲ ਨੂੰ ਜਿਹੜਾ 8 ਤਰੀਕ ਦਾ ਘਰ ਘਰ ਦੇ ਅੰਦਰ, ਹਰ ਨਗਰ, ਹਰ ਪਿੰਡ, ਹਰ ਦੇਸ਼ ਵਿਦੇਸ਼ ਦੀ ਧਰਤੀ ਤੇ ਪੂਰਨ 8 ਤਰੀਕ ਨੂੰ ਤੁਸੀਂ ਆਪਣਾ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਤੁਸੀਂ ਉਹਨੂੰ ਪੂਰਨ ਤੌਰ ਤੇ ਬੰਦ ਕਰਨਾ ਹੈ। ਤੇ ਸੱਚ ਜਾਣ ਜਦੋਂ ਬੰਦ ਹੋਇਆ ਤੇ ਇਹ ਮੋਦੀ ਦੇ ਸਾਰੇ ਜਿਹੜੇ ਮਾੜੇ ਧੰਦੇ ਆ ਇਹ ਵੀ ਇਹਨੇ ਬੰਦ ਕਰ ਦੇਣੇ। ਕਿਉਂਕਿ ਹੁਣ ਕਿਸਾਨ, ਹੁਣ ਪਰਿਵਾਰ, ਹੁਣ ਹਰ ਵਰਗ ਜਾਗ ਚੁੱਕਾ ਹੈ। ਤੇ ਜਦੋਂ ਜਾਗ ਪਏ ਤੇ ਉਦੋਂ ਫਿਰ ਚੋਰ ਨਹੀਂ ਪੈ ਸਕਦਾ ਜੀ। ਬਹੁਤ ਬਹੁਤ ਧੰਨਵਾਦ ਸੀ ਗੱਲਬਾਤ ਕੀਤੀ। ਕਹਿੰਦੇ ਕਿ ਜਦੋਂ ਜਾਗ ਪਏ ਹੁਣ ਚੋਰ ਨਹੀਂ ਪੈ ਸਕਦੇ। ਗੱਲਬਾਤ ਕਰ ਰਹੇ ਸੀਗੇ, ਬਹੁਤ ਸਾਰੀਆਂ ਨਵੀਆਂ ਗੱਲਾਂ ਕੀ ਜਿਹੜੀ ਸਮਝਣ ਵਾਲੀਆਂ ਹੈ। ਕਿਸਾਨੀ ਮੋਰਚੇ 'ਚ ਬਹੁਤ ਸਾਰੇ ਰੰਗ ਦੇਖਣ ਨੂੰ ਮਿਲ ਰਹੇ ਨੇ ਤੇ ਇਹਨਾਂ ਰੰਗਾਂ ਦੇ ਵਿੱਚ ਮੰਨਿਆ ਜਾ ਰਿਹਾ ਕਿਸਾਨਾਂ ਦੀ ਜਿੱਤ ਨਜ਼ਰ ਆ ਰਹੀ ਹੈ। ਆਪਣਾ ਸਹਿਯੋਗੀ ਸਿਮਰਨਜੀਤ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।